ਦੋਸਤੋ, ਅੱਜ ਦੀ ਇਹ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਸਭ ਤੋਂ ਇਹ ਗੁਜ਼ਾਰਿਸ਼ ਹੈ ਕਿ ਇਸ ਕਹਾਣੀ ਨੂੰ ਪੂਰਾ ਜ਼ਰੂਰ ਸੁਣੋ, ਕਿਉਂਕਿ ਅੱਜ ਦੀ ਕਹਾਣੀ ਬਹੁਤ ਖਾਸ ਹੈ। ਅਸਲ ਵਿੱਚ ਇਹ ਇੱਕ ਸੱਚੀ ਘਟਨਾ ਹੈ। ਇਸ ਕਹਾਣੀ ਦੇ ਦੋ ਕਿਰਦਾਰ ਹੈ, ਬਾਬੂ ਸਾਹਿਬ ਤੇ ਉਹਨਾਂ ਦਾ ਧੋਬੀ। ਅੱਜ ਧੋਬੀ ਬਾਬੂ ਸਾਹਿਬ ਦੇ ਕੱਪੜੇ ਲੈਣ ਵਾਸਤੇ ਉਹਨਾਂ ਦੇ ਘਰ ਆ ਗਿਆ ਤੇ ਬਾਬੂ ਸਾਹਿਬ ਉਹਦੇ ਨਾਲ ਗੱਲਾਂ ਕਰਨ ਲੱਗੇ। ਗੱਲਾਂ ਦੇ ਵਿੱਚ ਬਾਬੂ ਸਾਹਿਬ ਨੇ ਧੋਬੀ ਦੀ ਉਮਰ ਪੁੱਛ ਲਈ। ਧੋਬੀ ਨੇ ਦੱਸਿਆ ਕਿ ਉਹਦੀ ਉਮਰ ਪੂਰੇ 100 ਸਾਲ ਹੈ। ਇਹ ਸੁਣ ਕੇ ਬਾਬੂ ਸਾਹਿਬ ਹੈਰਾਨ ਰਹਿ ਗਏ। ਕਹਿਣ ਲੱਗੇ, 100 ਸਾਲ? ਮੈਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਨਹੀਂ ਹੁੰਦਾ। ਤੇਰੀ ਉਮਰ 100 ਸਾਲ ਹੈ? ਧੋਬੀ ਨੇ ਜਵਾਬ ਦਿੱਤਾ, ਹਾਂ ਬਾਬੂ ਸਾਹਿਬ, ਮੇਰੀ ਉਮਰ ਪੂਰੇ 100 ਸਾਲ ਹੈ। ਨਾ 1 ਸਾਲ ਘੱਟ ਤੇ ਨਾ 1 ਸਾਲ ਜ਼ਿਆਦਾ। ਮੇਰੀ ਸੂਰਤ ਦੇਖ ਕੇ ਲੋਕ ਧੋਖਾ ਖਾ ਜਾਂਦੇ ਨੇ, ਮਗਰ ਤੂੰ ਇੰਨੇ ਸਾਲ ਦਾ ਲੱਗਦਾ ਤੇ ਨਹੀਂ। ਨਹੀਂ ਬਾਬੂ ਸਾਹਿਬ, ਮੈਂ ਪੂਰੇ 100 ਸਾਲ ਖਾ ਚੁੱਕਿਆ ਵਾਂ। ਅੱਛਾ, ਬੜਾ ਭਾਗਵਾਨ ਹੈ। ਅੱਜ ਕੱਲ੍ਹ ਤੇ ਲੋਕ 50 ਸਾਲ ਵਿੱਚ ਹੀ ਤਿਆਰੀ ਕਰ ਲੈਂਦੇ ਨੇ। ਧੋਬੀ ਨੇ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ। ਅਚਾਨਕ ਬਾਬੂ ਸਾਹਿਬ ਦੇ ਮਨ ਵਿੱਚ ਇੱਕ ਖਿਆਲ ਆਇਆ। ਉਹਨਾਂ ਨੇ ਪੁੱਛਿਆ, ਅੱਛਾ ਭਾਈ ਧੋਬੀ, ਤੂੰ ਇਹ ਦੱਸ, ਤੂੰ ਤੇ ਸਿੱਖਾਂ ਦਾ ਰਾਜ ਵੀ ਦੇਖਿਆ ਹੋਣਾ। ਹਾਂ, ਦੇਖਿਆ ਹੈ। ਉਸ ਰਾਜ ਵਿੱਚ ਤੂੰ ਸੁਖੀ ਸੀ ਜਾਂ ਨਹੀਂ? ਮੇਰਾ ਮਤਲਬ ਇਹ ਵੇ ਕਿ ਉਸ ਰਾਜ ਵਿੱਚ ਲੋਕਾਂ ਦੀ ਕੀ ਹਾਲਤ ਸੀ। ਧੋਬੀ ਨੇ ਬਾਬੂ ਸਾਹਿਬ ਦੀ ਤਰਫ ਐਵੇਂ ਦੇਖਿਆ ਜਿਵੇਂ ਕਿਸੇ ਭੁੱਲ ਚੁੱਕੀ ਗੱਲ ਨੂੰ ਉਹ ਯਾਦ ਕਰ ਰਿਹਾ ਹੋਏ ਤੇ ਠੰਡੀ ਸਾਹ ਭਰ ਕੇ ਕਹਿੰਦਾ, ਮੈਂ ਉਸ ਜ਼ਮਾਨੇ ਵਿੱਚ ਬੜਾ ਹੀ ਛੋਟਾ ਸੀ। ਸਿੱਖਾਂ ਦਾ ਰਾਜ ਕੈਸਾ ਸੀ ਇਹ ਤੇ ਮੈਂ ਨਹੀਂ ਕਹਿ ਸਕਦਾ। ਹਾਂ, ਸਿੱਖਾਂ ਦਾ ਰਾਜਾ ਕੈਸਾ ਸੀ ਇਹ ਮੈਂ ਕਹਿ ਸਕਦਾ ਵਾਂ। ਬਾਬੂ ਸਾਹਿਬ ਨੇ ਪੁੱਛਿਆ, ਅੱਛਾ ਤੇ ਤੂੰ ਮਹਾਰਾਜ ਦੇ ਦਰਸ਼ਨ ਕੀਤੇ ਹੈ? ਹਾਂ ਸਰਕਾਰ, ਦਰਸ਼ਨ ਕੀਤੇ ਹੈ। ਕੀ ਕਹਿਣਾ ਉਹਨਾਂ ਦਾ, ਬੜੇ ਅਜੀਬ ਆਦਮੀ ਸੀ। ਉਹਨਾਂ ਦੀ ਉਹ ਸ਼ਕਲ ਸੂਰਤ ਜਦੋਂ ਯਾਦ ਆਂਦੀ ਹੈ ਤੇ ਦਿਲ 'ਚ ਭਾਲੇ ਜੇ ਚੁੱਭ ਜਾਂਦੇ ਹੈ। ਬੜੇ ਦਿਆਲੂ ਸੀ ਉਹ। ਰਾਜਾ ਸੀ ਮਗਰ ਸੁਭਾਅ ਸਾਧੂਆਂ ਵਰਗਾ ਸੀ। ਘਮੰਡ ਨਾਮ ਦੀ ਕੋਈ ਚੀਜ਼ ਨਹੀਂ ਸੀ। ਮੈਂ ਤੁਹਾਨੂੰ ਇੱਕ ਗੱਲ ਸੁਣਾਉਂਦਾ ਵਾਂ, ਸ਼ਾਇਦ ਤੁਹਾਨੂੰ ਉਸ ਤੇ ਵਿਸ਼ਵਾਸ ਨਾ ਹੋਏ। ਤੁਸੀਂ ਕਹੋਗੇ ਕਿ ਇਹ ਕਹਾਣੀ ਹੈ, ਮਗਰ ਇਹ ਕਹਾਣੀ ਨਹੀਂ, ਇਹ ਇੱਕ ਸੱਚੀ ਘਟਨਾ ਹੈ। ਮੈਨੂੰ ਵਿਸ਼ਵਾਸ ਹੈ ਕਿ ਐਸੀ ਘਟਨਾ ਤੁਸੀਂ ਕਦੇ ਨਹੀਂ ਪੜ੍ਹੀ ਹੋਣੀ। ਮੈਂ ਧੋਬੀ ਵਾਂ, ਮੇਰਾ ਪਿਓ ਵੀ ਧੋਬੀ ਸੀ। ਅਸੀਂ ਉਨ ਦਿਨੋਂ ਲਾਹੌਰ 'ਚ ਰਹਿੰਦੇ ਸੀ, ਪਰ ਉਹ ਅੱਜ ਦਾ ਲਾਹੌਰ ਨਹੀਂ ਹੈ। ਮੇਰੀ ਉਮਰ ਉਸ ਵਕਤ 7-8 ਸਾਲ ਦੀ ਸੀ ਜਦੋਂ ਚਾਰੋਂ ਤਰਫ ਅਕਾਲ ਦਾ ਸ਼ੋਰ ਮਚ ਗਿਆ। ਐਸਾ ਅਕਾਲ ਇਸ ਤੋਂ ਪਹਿਲੇ ਕਿਸੇ ਨੇ ਨਹੀਂ ਵੇਖਿਆ ਸੀ। ਲਗਾਤਾਰ 2.5 ਸਾਲਾਂ ਤੱਕ ਬਾਰਿਸ਼ ਨਹੀਂ ਹੋਈ। ਕਿਸਾਨ ਰੋਂਦੇ ਸੀ। ਤਲਾਬ, ਨਦੀ, ਨਾਲੇ ਸਭ ਸੁੱਕ ਗਏ। ਪਾਣੀ ਸਿਵਾਏ ਅੱਖਾਂ ਦੇ ਕਿਤੇ ਹੋਰ ਨਜ਼ਰ ਨਹੀਂ ਆਂਦਾ ਸੀ। ਮੈਨੂੰ ਵੀ ਉਹ ਦਿਨ ਕੱਲ੍ਹ ਦੀ ਤਰ੍ਹਾਂ ਹੀ ਯਾਦ ਹੈ ਜਦੋਂ ਅਸੀਂ ਲੰਗੋਟ ਬਣ ਕੇ ਮੂੰਹ ਕਾਲਾ ਕਰਕੇ ਬਾਜ਼ਾਰਾਂ ਦੇ ਵਿੱਚ ਡੰਡੇ ਮਾਰਦੇ ਫਿਰਦੇ ਸੀ ਕਿ ਸ਼ਾਇਦ ਇਸੇ ਤਰ੍ਹਾਂ ਬਾਰਿਸ਼ ਹੋਏ। ਪਾਣੀ ਬਰਸਾਉਣ ਲਈ ਇਹ ਨੁਕਤਾ ਉਸ ਟਾਈਮ ਬੜਾ ਹੀ ਕਾਰਗਰ ਸਮਝਿਆ ਜਾਂਦਾ ਸੀ, ਮਗਰ ਇਹਦਾ ਕੋਈ ਫਾਇਦਾ ਨਾ ਹੋਇਆ। ਮੁਸਲਮਾਨ ਮਸਜਿਦਾਂ ਵਿੱਚ ਨਮਾਜ਼ ਪੜ੍ਹਦੇ, ਹਿੰਦੂ ਮੰਦਰਾਂ ਵਿੱਚ ਪੂਜਾ ਕਰਦੇ, ਸਿੱਖ ਗੁਰਦੁਆਰਿਆਂ ਵਿੱਚ ਗ੍ਰੰਥ ਸਾਹਿਬ ਦਾ ਪਾਠ ਕਰਦੇ, ਮਗਰ ਬਾਰਿਸ਼ ਫਿਰ ਵੀ ਨਾ ਹੋਈ। ਦੁਨੀਆ ਭੁੱਖੀ ਮਰਨ ਲੱਗੀ। ਬਾਜ਼ਾਰਾਂ ਵਿੱਚ ਰੌਣਕ ਨਹੀਂ ਸੀ, ਦੁਕਾਨਾਂ ਵਿੱਚ ਗਾਹਕ ਨਹੀਂ ਸੀ, ਘਰਾਂ ਵਿੱਚ ਅਨਾਜ ਨਹੀਂ ਸੀ। ਐਸਾ ਮਾਲੂਮ ਹੁੰਦਾ ਸੀ ਜਿਵੇਂ ਪਰਲੇ ਦਾ ਦਿਨ ਬਿਲਕੁਲ ਨਜ਼ਦੀਕ ਆ ਗਿਆ ਹੈ। ਮੇਰਾ ਦਾਦਾ, ਜਿਹਨੂੰ ਮੈਂ ਬਾਬਾ ਕਹਿ ਕੇ ਪੁਕਾਰਦਾ ਸੀ, ਉਹੀ ਸਾਡੇ ਪਰਿਵਾਰ ਦਾ ਭਰਨ ਪੋਸ਼ਣ ਕਰਦਾ ਸੀ, ਕਿਉਂਕਿ ਮੇਰੇ ਪਿਤਾ ਦੀ ਮ੍ਰਿਤਿੂ ਹੋ ਚੁੱਕੀ ਸੀ। ਮੇਰੇ ਘਰ ਵਿੱਚ ਮੈਂ ਤੇ ਮੇਰਾ ਬੁੱਢਾ ਬਾਬਾ, ਵਿਧਵਾ ਮਾਂ ਤੇ 2 ਭੈਣਾਂ ਸੀ। ਅਨਾਜ ਬਹੁਤ ਮਹਿੰਗਾ ਹੋ ਗਿਆ। ਲੋਕ ਰੋਣ ਲੱਗੇ। ਆਖਿਰ ਵਿੱਚ ਨੌਬਤ ਇੱਥੇ ਤੱਕ ਆ ਗਈ ਕਿ ਸਾਡੇ ਘਰ ਵਿੱਚ ਖਾਣੇ ਲਾਇਕ ਕੁਛ ਨਾ ਰਿਹਾ। ਜੇਵਰ, ਬਰਤਨ ਸਭ ਵੇਚ ਕੇ ਅਸੀਂ ਖਾ ਗਏ। ਬਸ ਸਰੀਰ ਤੇ ਕੱਪੜੇ ਹੀ ਬਚੇ ਸੀ। ਸੋਚਣ ਲੱਗੇ, ਹੁਣ ਕੀ ਹੋਏਗਾ। ਮੇਰਾ ਬਾਬਾ, ਭਗਵਾਨ ਉਹਨੂੰ ਸਵਰਗ ਵਿੱਚ ਜਗ੍ਹਾ ਦੇ, ਬੜਾ ਹੀ ਹਸਮੁਖ ਸੀ। ਉਹ ਹਰ ਵਕਤ ਫੁੱਲ ਦੀ ਤਰ੍ਹਾਂ ਖਿਲਿਆ ਰਹਿੰਦਾ ਸੀ। ਅਕਸਰ ਕਹਿੰਦਾ ਸੀ ਕਿ ਜਦੋਂ ਸੰਕਟ ਆਏ ਤੇ ਹੱਸ ਕੇ ਕੱਟੋ। ਰੋਣੇ ਤੋਂ ਸੰਕਟ ਘੱਟ ਨਹੀਂ ਹੁੰਦਾ, ਬਲਕਿ ਹੋਰ ਵੀ ਵੱਧ ਜਾਂਦਾ ਹੈ। ਮੈਂ ਸੁਣਿਆ ਸੀ ਕਿ ਮੇਰੇ ਬਾਪ ਦੇ ਮਰਨ ਤੇ ਉਹਦੀ ਅੱਖਾਂ ਵਿੱਚੋਂ ਆਂਸੂ ਦੀ ਇੱਕ ਬੂੰਦ ਨਹੀਂ ਗਿਰੀ ਸੀ, ਪਰ ਉਸ ਵਕਤ ਉਹ ਵੀ ਰੋਂਦਾ ਸੀ। ਕਹਿੰਦਾ ਸੀ, ਕੈਸੀ ਤਬਾਹੀ ਹੈ, ਬਾਲ ਬੱਚੇ ਮੇਰੇ ਸਾਹਮਣੇ ਭੁੱਖੇ ਮਰਦੇ ਪਏ ਨੇ ਤੇ ਮੈਂ ਕੁਝ ਨਹੀਂ ਕਰ ਸਕਦਾ। ਇੱਥੇ ਤੱਕ ਕਿ ਲੋਕੀ ਦਰਖਤਾਂ ਦੇ ਪੱਤੇ ਉਬਾਲ ਕੇ ਖਾ ਰਹੇ ਸੀ। ਇੱਕ ਦਿਨ ਦੀ ਗੱਲ ਹੈ, ਬਾਬਾ ਆਂਗਨ ਵਿੱਚ ਬੈਠਾ ਹੋਇਆ
ਹੁੱਕਾ ਪੀ ਰਿਹਾ ਸੀ। ਮੈਂ ਕਿਹਾ, ਬਾਬਾ ਹੁਣ ਰਿਹਾ ਨਹੀਂ ਜਾਂਦਾ, ਕਿਧਰੋਂ ਦੀ ਰੋਟੀ ਦਾ ਟੁਕੜਾ ਲਿਆ ਦੇ, ਪੱਤੇ ਨਹੀਂ ਖਾਏ ਜਾਂਦੇ। ਬਾਬਾ ਨੇ ਠੰਡੀ ਸਾਹ ਲਈ ਤੇ ਕਹਿੰਦਾ, ਹੁਣ ਤੇ ਪਰਲੇ ਦਾ ਦਿਨ ਦੂਰ ਨਹੀਂ ਹੈ। ਮੈਂ ਪੁੱਛਿਆ, ਪਰਲੇ ਕੀ ਹੁੰਦੀ ਹੈ? ਬਾਬਾ ਕਹਿੰਦਾ, ਜਦੋਂ ਸਾਰੇ ਲੋਕ ਮਰ ਜਾਂਦੇ ਹੈ। ਮੈਂ ਕਿਹਾ, ਤੇ ਕੀ ਸਭ ਲੋਕ ਮਰ ਜਾਣਗੇ? ਬਾਬਾ ਕਹਿੰਦਾ, ਹੋਰ ਕੀ ਬੇਟਾ, ਜਦੋਂ ਖਾਣ ਨੂੰ ਕੁਝ ਨਹੀਂ ਮਿਲੇਗਾ ਤੇ ਸਭ ਮਰਨਗੇ ਹੀ। ਐਸਾ ਜ਼ਮਾਨਾ ਕਦੇ ਨਹੀਂ ਦੇਖਿਆ ਸੀ। ਮੈਂ ਕਿਹਾ, ਬਾਬਾ ਮੀਂਹ ਕਿਉਂ ਨਹੀਂ ਬਰਸਦਾ? ਬਾਬਾ ਨੇ ਕਿਹਾ, ਸਾਡੀ ਨੀਅਤਾਂ ਬਦਲ ਗਈਆਂ, ਵਰਨਾ ਐਸਾ ਵਕਤ ਕਦੇ ਨਹੀਂ ਸੁਣਿਆ ਸੀ। ਅੱਜ ਹਰ ਇੱਕ ਨਜ਼ਰ ਵਿੱਚ ਲਾਲੀ ਹੈ, ਮੰਨੋ ਹਰ ਅੱਖ ਵਿੱਚ ਖੂਨ ਹੈ, ਪਾਣੀ ਨਹੀਂ। ਤੂੰ ਹਜੇ ਬੱਚਾ ਹੈ, ਜਾ ਕਿਧਰੋਂ ਦੀ ਮੰਗ ਕੇ ਲੈ ਆ, ਸ਼ਾਇਦ ਕੋਈ ਤਰਸ ਖਾ ਕੇ ਤੈਨੂੰ ਰੋਟੀ ਦਾ ਇੱਕ ਟੁਕੜਾ ਦੇ ਦੇ। ਹੇ ਪਰਮਾਤਮਾ, ਹੁਣ ਤਾਂ ਮੌਤ ਦੇ ਦੇ। ਅਸੀਂ ਗਰੀਬ ਸੀ, ਪਰ ਕਿਸੇ ਦੇ ਸਾਹਮਣੇ ਹੱਥ ਨਹੀਂ ਫੈਲਾਇਆ ਸੀ। ਮੈਂ ਭੁੱਖ ਤੋਂ ਮਰ ਰਿਹਾ ਸੀ ਤੇ ਰੋਟੀ ਮੰਗਣ ਵਾਸਤੇ ਮੈਂ ਨਿਕਲ ਪਿਆ। ਮੇਰਾ ਵਿਚਾਰ ਸੀ, ਅਕਾਲ ਸ਼ਾਇਦ ਗਰੀਬਾਂ ਵਾਸਤੇ ਹੀ ਹੈ। ਮਗਰ ਜਦੋਂ ਮੈਂ ਬਾਹਰ ਨਿਕਲਿਆ ਤਾਂ ਸਾਰਿਆਂ ਨੂੰ ਗਰੀਬ ਪਾਇਆ। ਸਭ ਉਦਾਸ ਸੀ, ਖੁਸ਼ ਕੋਈ ਵੀ ਨਹੀਂ ਸੀ। ਮੈਂ ਬੜੀ ਦੇਰ ਤੱਕ ਇੱਧਰ ਉੱਧਰ ਮੰਗਦਾ ਫਿਰਦਾ ਰਿਹਾ, ਮਗਰ ਕਿਸੇ ਨੇ ਰੋਟੀ ਨਾ ਦਿੱਤੀ। ਮੈਂ ਨਿਰਾਸ਼ ਹੋ ਕੇ ਘਰ ਵਾਪਿਸ ਚੱਲਣ ਲੱਗਾ ਤੇ ਅਚਾਨਕ ਇੱਕ ਜਗ੍ਹਾ ਤੇ ਲੋਕਾਂ ਦਾ ਝੁੰਡ ਦਿਖਾਈ ਦਿੱਤਾ। ਮੈਂ ਨੱਸ ਕੇ ਉੱਥੇ ਚਲਾ ਗਿਆ। ਦੇਖਿਆ ਕਿ ਇੱਕ ਸਰਕਾਰੀ ਆਦਮੀ ਮੁਨਾਦੀ ਕਰ ਰਿਹਾ ਸੀ ਤੇ ਲੋਕ ਉਹਦੇ ਆਸ-ਪਾਸ ਖੜੇ ਸੀ। ਮੈਂ ਹੈਰਾਨ ਸੀ। ਮੈਂ ਸਮਝ ਨਹੀਂ ਸਕਿਆ ਕਿ ਉਹ ਲੋਕਾਂ ਦੇ ਖੁਸ਼ ਹੋਣ ਦਾ ਕੀ ਕਾਰਨ ਸੀ। ਮਗਰ ਥੋੜੀ ਦੇਰ ਬਾਅਦ ਹੀ ਸਾਰਾ ਰਾਜ ਖੁੱਲ ਗਿਆ। ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹੀ ਕਿਲੇ 'ਚ ਅਨਾਜ ਦੀ ਕੋਠੜੀਆਂ ਖੁਲਵਾ ਦਿੱਤੀਆਂ ਸੀ ਤੇ ਘੋਸ਼ਣਾ ਕਰਤੀ, ਜਿਸ ਗਰੀਬ ਨੂੰ ਜ਼ਰੂਰਤ ਹੋਵੇ ਉਹ ਆ ਕੇ ਲੈ ਜਾਏ, ਦਾਮ ਨਹੀਂ ਲਿੱਤਾ ਜਾਏਗਾ। ਲੋਕ ਮਹਾਰਾਜ ਦੀ ਇਸ ਉਦਾਰਤਾ ਤੇ ਹੈਰਾਨ ਸੀ। ਕਹਿੰਦੇ ਸੀ, ਇਹ ਆਦਮੀ ਨਹੀਂ ਦੇਵਤਾ ਹੈ। ਮੁਸਲਮਾਨ ਕਹਿੰਦੇ ਸੀ, ਕੋਈ ਔਲੀਆ ਹੈ। ਇੱਕ ਆਦਮੀ ਕਹਿਣ ਲੱਗਾ, ਮਹਾਰਾਜ ਨੇ ਆਦਮੀ ਬਾਹਰ ਭੇਜੇ ਨੇ ਕਿ ਜਿੰਨਾ ਵੀ ਅਨਾਜ ਮਿਲ ਸਕੇ ਖਰੀਦ ਲਿਆਓ। ਮੇਰੀ ਪ੍ਰਜਾ ਮੇਰੀ ਸੰਤਾਨ ਹੈ, ਮੈਂ ਉਸ ਨੂੰ ਭੁੱਖਾ ਨਹੀਂ ਮਰਨ ਦਾਂਗਾ। ਦੂਜਾ ਕਹਿੰਦਾ, ਮਗਰ ਮਹਾਰਾਜ ਪਹਿਲੇ ਕਿੱਥੇ ਸੋ ਰਹੇ ਸੀ? ਉਹਨਾਂ ਨੂੰ ਇਹ ਵਿਚਾਰ ਪਹਿਲੇ ਕਿਉਂ ਨਹੀਂ ਆਇਆ? ਪਹਿਲੇ ਵਾਲੇ ਆਦਮੀ ਨੇ ਜਵਾਬ ਦਿੱਤਾ, ਮਹਾਰਾਜ ਸੌਂਦੇ ਨਹੀਂ ਸੀ, ਜਾਗਦੇ ਸੀ। ਉਹ ਹਰ ਟਾਈਮ ਇਹੀ ਪੁੱਛਦੇ ਸੀ ਕਿ ਅਨਾਜ ਦਾ ਕੀ ਭਾਵ ਹੈ। ਕੱਲ ਤੱਕ ਇਹੀ ਪਤਾ ਸੀ ਕਿ ਅਨਾਜ ਮਹਿੰਗਾ ਹੈ। ਅੱਜ ਖਬਰ ਮਿਲੀ ਕਿ ਬਾਜ਼ਾਰਾਂ ਦੇ ਵਿੱਚ ਅਨਾਜ ਦਾ ਇੱਕ ਦਾਣਾ ਨਹੀਂ ਹੈ। ਮਹਾਰਾਜ ਘਬਰਾ ਗਏ ਕਿ ਹੁਣ ਕੀ ਹੋਏਗਾ। ਆਖਿਰਕਾਰ ਉਹਨਾਂ ਨੇ ਆਦਮੀ ਬਾਹਰ ਭੇਜਦੇ ਕਿ ਜਿੰਨਾ ਵੀ ਅਨਾਜ ਮਿਲ ਸਕੇ ਖਰੀਦ ਕੇ ਲੈ ਆਓ, ਮੈਂ ਲੋਕਾਂ ਵਿੱਚ ਮੁਫਤ ਵੰਡੂੰਗਾ। ਮੇਰੇ ਖਜ਼ਾਨੇ ਵਿੱਚ ਰੁਪਿਆ ਰਹੇ ਜਾਂ ਨਾ ਰਹੇ, ਪਰ ਮੇਰੇ ਲੋਕ ਬਚਣੇ ਚਾਹੀਦੇ ਨੇ। ਇੱਕ ਹੋਰ ਆਦਮੀ ਨੇ ਕਿਹਾ ਕਿ ਰਾਜਾ ਹੋਵੇ ਤੇ ਐਸਾ ਹੋਵੇ। ਕੋਈ ਹੋਰ ਹੁੰਦਾ ਤੇ ਕਹਿੰਦਾ, ਬਰਸਾਤ ਨਹੀਂ ਹੋਈ, ਇਹਦੇ ਵਿੱਚ ਮੇਰਾ ਕੀ ਦੋਸ਼? ਮੇਰੇ ਰਾਜ ਮਹਿਲ ਵਿੱਚ ਤੇ ਸਭ ਕੁਝ ਹੈ। ਮੈਂ ਉਧਰੋਂ ਦੀ ਚੱਲ ਪਿਆ। ਮੈਂ ਐਵੇਂ ਖੁਸ਼ ਸੀ ਜਿਵੇਂ ਕੋਈ ਅਨਮੋਲ ਚੀਜ਼ ਮਿਲ ਗਈ ਹੋਵੇ। ਮੈਂ ਗੋਲੀ ਵਾਂਗ ਭਗਦਾ ਹੋਇਆ ਆਪਣੇ ਘਰ ਜਾ ਪਹੁੰਚਿਆ। ਮੇਰਾ ਬਾਬਾ ਉਸੇ ਤਰ੍ਹਾਂ ਸਿਰ ਝੁਕਾਏ ਬੈਠਿਆ ਸੀ। ਮੇਰਾ ਦਿਲ ਖੁਸ਼ੀ ਨਾਲ ਧੜਕਣ ਲੱਗਿਆ। ਮੈਨੂੰ ਖਾਲੀ ਹੱਥ ਦੇਖ ਕੇ ਬਾਬਾ ਨੇ ਠੰਡੀ ਸਾਹ ਲਿੱਤੀ ਤੇ ਸਿਰ ਝੁਕਾ ਲਿਆ। ਮੈਂ ਜਾ ਕੇ ਬਾਬਾ ਦਾ ਹੱਥ ਪਕੜਿਆ ਤੇ ਉਹਨੂੰ ਜ਼ੋਰ ਨਾਲ ਘਸੀਟਦਾ ਹੋਇਆ ਬੋਲਿਆ, ਉਠੋ, ਚੱਦਰ ਲੋ, ਮਹਾਰਾਜ ਨੇ ਮੁਨਾਦੀ ਕਰਾਈ ਹੈ ਕਿ ਅਨਾਜ ਮੁਫਤ ਮਿਲੇਗਾ। ਮੇਰੀ ਮਾਂ, ਮੇਰੀ ਭੈਣਾਂ, ਮੇਰਾ ਬਾਬਾ ਸਭ ਹੈਰਾਨ ਰਹਿ ਗਏ। ਉਹਨਾਂ ਨੂੰ ਇਸ ਗੱਲ ਤੇ ਵਿਸ਼ਵਾਸ ਹੀ ਨਾ ਹੋਇਆ। ਸਿਰ ਹਿਲਾਉਂਦੇ ਹੋਏ ਕਹਿਣ ਲੱਗੇ, ਇਹ ਤਾਂ ਬੱਚਾ ਹੈ, ਕਿਸੇ ਨੇ ਮਜ਼ਾਕ ਕਰਤਾ ਹੋਣਾ ਤੇ ਇਹ ਸੱਚ ਸਮਝ ਬੈਠਾ। ਭਲਾ ਮਹਾਰਾਜ ਸਾਰੇ ਸ਼ਹਿਰ ਨੂੰ ਅਨਾਜ ਮੁਫਤ ਕਿਉਂ ਦੇਣਗੇ? ਮਗਰ ਮੈਂ ਕਿਹਾ, ਮੈਂ ਮੁਨਾਦੀ ਆਪਣੇ ਕੰਨਾਂ ਨਾਲ ਸੁਣੀ ਹੈ, ਗਲਤ ਨਹੀਂ ਹੈ। ਲੋਕ ਸੁਣਦੇ ਸੀ ਤੇ ਖੁਸ਼ ਹੁੰਦੇ ਸੀ। ਤੁਸੀਂ ਚੱਦਰ ਲਓ ਤੇ ਮੇਰੇ ਨਾਲ ਚਲੋ। ਮੇਰਾ ਬਾਬਾ ਚੱਦਰ ਲੈ ਕੇ ਮੇਰੇ ਨਾਲ ਚੱਲ ਪਿਆ। ਉਹਨੂੰ ਹਜੇ ਵੀ ਸ਼ੱਕ ਸੀ ਕਿ ਇਹ ਮਜ਼ਾਕ ਹੈ, ਲੇਕਿਨ ਬਾਜ਼ਾਰ ਵਿੱਚ ਆ ਕੇ ਉਹਨੇ ਦੇਖਿਆ ਕਿ ਹਜ਼ਾਰਾਂ ਲੋਕ ਉਸੇ ਤਰਫ ਜਾ ਰਹੇ ਸੀ। ਹੁਣ ਉਹਨੂੰ ਮੇਰੀ ਗੱਲ ਤੇ ਵਿਸ਼ਵਾਸ ਹੋ ਗਿਆ। ਅਸੀਂ ਜਦੋਂ ਕਿਲੇ 'ਚ ਪਹੁੰਚੇ ਤੇ ਦੇਖਿਆ ਉੱਥੇ ਆਦਮੀ ਹੀ ਆਦਮੀ ਸੀ, ਪਰ ਕਿਸੇ ਅਮੀਰ ਨੂੰ ਅੰਦਰ ਜਾਣ ਦੀ ਆਗਿਆ ਨਹੀਂ ਸੀ। ਫਾਟਕ ਤੇ ਸਿਪਾਹੀ ਖੜੇ ਸੀ, ਜਿਨ੍ਹਾਂ ਦੇ ਕੱਪੜੇ ਸਫੇਦ ਸੀ। ਉਹਨਾਂ ਨੂੰ ਰੋਕ ਲੈਂਦੇ, ਕਹਿੰਦੇ, ਇਹ ਅਨਾਜ ਗਰੀਬਾਂ ਲਈ ਹੈ, ਅਮੀਰਾਂ ਦੇ ਘਰ ਤੇ ਪਹਿਲੇ ਹੀ ਭਰੇ ਹੋਏ ਨੇ। ਇਹ ਗਰੀਬਾਂ ਦਾ ਲੰਗਰ ਹੈ, ਅਮੀਰਾਂ ਦਾ ਭੋਜ ਨਹੀਂ। ਮੇਰੀ ਇੰਨੀ ਉਮਰ ਹੋ ਗਈ, ਮੈਂ ਅਮੀਰਾਂ ਵਾਸਤੇ ਸਾਰੇ ਦਰਵਾਜ਼ੇ ਖੁੱਲੇ ਦੇਖੇ, ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੁੰਦੀ। ਪਰ ਅੱਜ ਅਮੀਰ ਉੱਥੇ ਬਾਹਰ ਖੜੇ ਮੂੰਹ ਤੱਕਦੇ ਸੀ
ਉਹਨਾਂ ਦੀ ਕੋਈ ਪਰਵਾਹ ਨਹੀਂ ਕਰਦਾ ਸੀ। ਅਸੀਂ ਗਰੀਬ ਸੀ, ਇਸ ਲਈ ਕਿਸੇ ਨੇ ਸਾਨੂੰ ਨਹੀਂ ਰੋਕਿਆ। ਆਪਾਂ ਅੰਦਰ ਚਲੇ ਗਏ। ਉੱਥੇ ਦੇਖਿਆ ਕਿ ਸੈਂਕੜੋਂ ਸਰਕਾਰੀ ਆਦਮੀ ਤਰਾਜੂ ਲਈ ਬੈਠੇ ਸੀ ਤੇ ਤੋਲ ਕੇ 20-20 ਸੇਰ ਅਨਾਜ ਸਭ ਨੂੰ ਦੇ ਰਹੇ ਸੀ। ਪਰ ਇੱਕ ਘਰ ਦੇ ਇੱਕ ਆਦਮੀ ਨੂੰ ਦਿੰਦੇ, ਦੂਸਰੇ ਨੂੰ ਵਾਪਸ ਕਰ ਦਿੰਦੇ। ਲੋਕ ਬਹੁਤ ਸੀ, ਅੱਗੇ ਵਧਣਾ ਬੜਾ ਹੀ ਮੁਸ਼ਕਿਲ ਸੀ। ਮੈਂ ਛੋਟਾ ਸੀ ਤੇ ਮੇਰਾ ਬਾਬਾ ਬੁੱਢਾ ਸੀ। ਸਾਡੇ ਨਾਲ ਕੋਈ ਜਵਾਨ ਆਦਮੀ ਤੇ ਨਹੀਂ ਸੀਗਾ। ਅਸੀਂ ਕਈ ਆਦਮੀਆਂ ਨੂੰ ਮਿੰਨਤਾਂ ਕੀਤੀਆਂ ਕਿ ਸਾਨੂੰ ਵੀ ਅਨਾਜ ਦਿਵਾ ਦਿਓ, ਮਗਰ ਉਸ ਆਪਾ ਦਾਪੀ 'ਚ ਕੌਣ ਕਿਸੇ ਦੀ ਸੁਣਦਾ ਸੀ। ਮੇਰੇ ਬਾਬਾ ਨੇ 2 ਵਾਰ ਅੱਗੇ ਜਾਣ ਦੀ ਕੋਸ਼ਿਸ਼ ਕੀਤੀ, ਮਗਰ ਦੋਨੋਂ ਵਾਰ ਉਹ ਧੱਕੇ ਖਾ ਕੇ ਬਾਹਰ ਆ ਗਿਆ। ਫਿਰ ਮੈਂ ਤੇ ਮੇਰਾ ਬਾਬਾ ਦੋਨੋਂ ਇੱਕ ਤਰਫ ਖੜੇ ਹੋ ਗਏ ਤੇ ਆਪਣੀ ਲਾਚਾਰੀ ਤੇ ਕੁੜਨ ਲੱਗੇ। ਸ਼ਾਮ ਦਾ ਸਮੇਂ ਹੋ ਗਿਆ, ਹੁਣ ਹਨੇਰਾ ਛਾਣ ਲੱਗਾ ਸੀ। ਤਈਓ ਇੱਕ ਸ਼ੰਖ ਦੀ ਆਵਾਜ਼ ਸੁਣਾਈ ਦਿੱਤੀ। ਇਸ ਦੇ ਨਾਲ ਹੀ ਅਨਾਜ ਦੇਣ ਵਾਲਿਆਂ ਨੇ ਅਨਾਜ ਦੇਣਾ ਬੰਦ ਕਰਤਾ। ਹੁਕਮ ਹੋਇਆ, ਬਾਕੀ ਲੋਕ ਆਪਣੇ ਘਰ ਚਲੇ ਜਾਓ। ਅਗਰ ਕੋਈ ਦੁਬਾਰਾ ਆ ਗਿਆ ਤੇ ਉਹਦੀ ਖੈਰ ਨਹੀਂ, ਮਹਾਰਾਜ ਉਹਦੀ ਖਾਲ ਉਤਰਵਾ ਦੇਣਗੇ। ਲੋਕ ਨਿਰਾਸ਼ ਹੋ ਗਏ। ਕੀ ਕਰਦੇ? ਧੀਰੇ ਧੀਰੇ ਸਾਰਾ ਆਂਗਣ ਖਾਲੀ ਹੋ ਗਿਆ। ਪਰ ਅਸੀਂ ਕਿਵੇਂ ਚਲੇ ਜਾਂਦੇ? ਕਈ ਦਿਨਾਂ ਤੋਂ ਭੁੱਖੇ ਮਰ ਰਹੇ ਸੀ। ਦੋਨੋਂ ਰੋਣ ਲੱਗੇ। ਬਾਬਾ ਕਹਿੰਦਾ, ਦੇਖ ਅਸੀਂ ਕੈਸੇ ਅਭਾਗੇ ਹਾਂ। ਨਦੀ ਦੇ ਕਿਨਾਰੇ ਆ ਕੇ ਵੀ ਪਿਆਸੇ ਵਾਪਸ ਜਾ ਰਹੇ ਹਾਂ। ਜੋ ਭਾਗਵਾਨ ਸੀ ਉਹ ਤੇ ਝੋਲੀਆਂ ਭਰ ਕੇ ਲੈ ਗਏ, ਅਸੀਂ ਖੜੇ ਦੇਖਦੇ ਹੀ ਰਹਿ ਗਏ। ਹੁਣ ਖਾਲੀ ਹੱਥ ਵਾਪਸ ਜਾਣਾ ਪਏਗਾ। ਮੈਂ ਕਿਹਾ, ਬਾਬਾ ਉਹਨਾਂ ਨੂੰ ਕਹਿ ਦੋ ਕਿ ਸਾਨੂੰ ਵੀ ਦੇਣ, ਅਸੀਂ ਬੜੇ ਭੁੱਖੇ ਹਾਂ। ਬਾਬਾ ਕਹਿੰਦਾ, ਚੱਲ ਘਰ ਚੱਲ, ਹੁਣ ਅਨਾਜ ਨਹੀਂ ਮਿਲੇਗਾ, ਗਾਲੀਆਂ ਮਿਲੇਗੀ। ਬਾਬਾ ਫਿਰ ਆਪਾਂ ਅੱਜ ਕੀ ਖਾਵਾਂਗੇ? ਬਾਬਾ ਕਹਿੰਦਾ, ਗਰੀਬਾਂ ਦੇ ਲਈ ਗਮ ਤੋਂ ਸਿਵਾ ਕੀ ਹੈ? ਅੱਜ ਦੀ ਰਾਤ ਬਸ ਸਬਰ ਕਰ। ਮੈਂ ਕਿਹਾ, ਬਾਬਾ ਮੈਂ ਤੇ ਨਹੀਂ ਜਾਵਾਂਗਾ, ਕਹਿ ਕੇ ਤੇ ਦੇਖੋ ਸ਼ਾਇਦ ਦੇ ਦੇਣ। ਬਾਬਾ ਕਹਿੰਦਾ, ਤੂੰ ਤੇ ਪਾਗਲ ਹੋ ਗਿਆ ਹੈ ਕਿ ਮੈਂ ਵੀ ਤੇਰੇ ਨਾਲ ਪਾਗਲ ਹੋ ਜਾਵਾਂ। ਇੰਨੇ ਵਿੱਚ ਇੱਕ ਸਰਦਾਰ ਸਾਹਿਬ ਆ ਕੇ ਸਾਡੇ ਕੋਲ ਖੜੇ ਹੋ ਗਏ ਤੇ ਕਹਿਣ ਲੱਗੇ, ਹੁਣ ਜਾਂਦੇ ਕਿਉਂ ਨਹੀਂ? ਕੱਲ ਆ ਜਾਣਾ, ਅੱਜ ਅਨਾਜ ਨਹੀਂ ਮਿਲੇਗਾ। ਬਾਬਾ ਨੇ ਠੰਡੀ ਸਾਹ ਲਿੱਤੀ ਤੇ ਕਹਿਣ ਲੱਗਿਆ, ਜਾਂਦੇ ਹਾਂ ਸਰਕਾਰ। ਇਸ ਮਜਬੂਰੀ ਨੂੰ ਦੇਖ ਕੇ ਸਰਦਾਰ ਸਾਹਿਬ ਦਾ ਦਿਲ ਪਸੀਜ ਗਿਆ। ਕਹਿੰਦੇ, ਜਰਾ ਠਹਿਰੋ, ਤੁਸੀਂ ਕੌਣ ਹੋ? ਬਾਬਾ ਕਹਿੰਦਾ, ਧੋਬੀ ਹਾਂ ਜਨਾਬ। ਸਰਦਾਰ ਸਾਹਿਬ ਕਹਿੰਦੇ, ਕੱਲ ਨਹੀਂ ਆ ਸਕੋਗੇ? ਬਾਬਾ ਨੇ ਕਿਹਾ, ਆਉਣ ਨੂੰ ਤੇ ਸਿਰ ਦੇ ਬਲ ਆਵਾਂਗੇ ਸਰਕਾਰ, ਗਰੀਬ ਆਦਮੀ ਹਾਂ, ਪਰ ਮੈਂ ਬੁੱਢਾ ਵਾਂ ਤੇ ਇਹ ਬੱਚਾ ਵੇ। ਭੀੜ 'ਚ ਪਤਾ ਨਹੀਂ ਕੱਲ ਵੀ ਮੌਕਾ ਮਿਲੇ ਜਾਂ ਨਾ ਮਿਲੇ। ਅੱਜ ਮਿਲ ਜਾਂਦਾ ਤੇ ਰਾਤੀ ਪੀਸ ਕੇ ਖਾ ਲੈਂਦੇ। ਸਰਦਾਰ ਸਾਹਿਬ ਕਹਿੰਦੇ, ਤੁਹਾਡੇ ਘਰ ਕੋਈ ਜਵਾਨ ਆਦਮੀ ਨਹੀਂ ਹੈ? ਬਾਬਾ ਕਹਿੰਦਾ, ਨਹੀਂ ਹੈ ਸਰਕਾਰ, ਇਸ ਬੱਚੇ ਦਾ ਪਿਓ ਸੀ, ਉਹ ਮਰ ਚੁੱਕਿਆ ਹੈ। ਸਰਦਾਰ ਸਾਹਿਬ ਬੋਲੇ, ਤੇ ਕੱਲ ਆਣਾ ਮੁਸ਼ਕਿਲ ਹੈ ਤੇਰੇ ਲਈ। ਮੈਂ ਕਿਹਾ, ਸਰਕਾਰ ਅੱਜ ਹੀ ਦਿਲਾ ਦਿਓ। ਮੇਰੀ ਗੱਲ ਸੁਣ ਕੇ ਸਰਦਾਰ ਸਾਹਿਬ ਹੱਸਣ ਲੱਗੇ ਤੇ ਕਹਿੰਦੇ, ਆਓ ਅੱਜ ਹੀ ਦਿਲਾ ਦਿੰਦਾ ਵਾਂ। ਅਸੀਂ ਦੋਨੋਂ ਸਰਦਾਰ ਸਾਹਿਬ ਦੇ ਪਿੱਛੇ ਪਿੱਛੇ ਚੱਲ ਪਏ। ਉਹਨਾਂ ਨੇ ਅਨਾਜ ਦੇ ਢੇਰ ਦੇ ਕੋਲ ਪਹੁੰਚ ਕੇ ਇੱਕ ਆਦਮੀ ਨੂੰ ਕਿਹਾ, ਇਸ ਬੁੱਢੇ ਨੂੰ 20 ਸੇਰ ਗੇਹੂੰ ਦੇ ਦਿਓ। ਉਹ ਆਦਮੀ ਮੇਰੇ ਬਾਬਾ ਨੂੰ ਕਹਿੰਦਾ, ਚਾਦਰ ਫੈਲਾ ਦਿਓ, ਤੇ ਉਹ ਗੇਹੂੰ ਤੋਲਣ ਲੱਗਿਆ। ਮੇਰਾ ਬਾਬਾ ਕਹਿੰਦਾ, ਸਰਕਾਰ ਹੁਣ ਫਿਰ ਕਦੋਂ ਮਿਲੇਗਾ ਗੇਹੂੰ? ਸਰਦਾਰ ਸਾਹਿਬ ਕਹਿੰਦੇ, ਅਗਲੇ ਹਫਤੇ। ਬਾਬਾ ਕਹਿੰਦਾ, ਅਸੀਂ ਤੇ ਕਈ ਦਿਨਾਂ ਤੋਂ ਭੁੱਖੇ ਮਰ ਰਹੇ ਹਾਂ। ਸਰਦਾਰ ਸਾਹਿਬ ਹੱਸ ਕੇ ਕਹਿੰਦੇ, ਤੇ ਹੋਰ ਕੀ ਚਾਹੁੰਦਾ ਹੈ ਤੂੰ? ਬਾਬਾ ਕਹਿੰਦਾ, 20 ਸੇਰ ਗੇਹੂੰ ਹੋਰ ਦਿਲਾ ਦਿਓ ਤੇ ਬੜੀ ਹੀ ਕਿਰਪਾ ਹੋਏਗੀ, ਤੁਹਾਡੀ ਜਾਨ ਨੂੰ ਦੁਆਵਾਂ ਦੇਵਾਂਗੇ। ਸਰਦਾਰ ਸਾਹਿਬ ਨੇ ਕਿਹਾ, ਅਗਰ ਇਸੇ ਤਰ੍ਹਾਂ ਸਭ ਨੂੰ ਦੇਵਾਂਗੇ ਤੇ ਕਿਵੇਂ ਪੂਰਾ ਪਏਗਾ? ਬਾਬਾ ਬੋਲਿਆ, ਸਰਕਾਰ ਰਾਜਿਆਂ ਦੇ ਮਹਿਲ ਵਿੱਚ ਮੋਤੀਆਂ ਦੀ ਕੀ ਕਮੀ? ਨਹੀਂ ਹੁੰਦਾ ਤੇ ਕੋਈ ਗੱਲ ਨਹੀਂ, ਫਿਰ ਦੁਬਾਰਾ ਤੁਹਾਡੇ ਦਰਵਾਜ਼ੇ ਤੇ ਆ ਜਾਾਂਗੇ। ਮੈਂ ਅੱਗੇ ਵੱਧ ਕੇ ਮਹਾਰਾਜ ਦੇ ਪੈਰ ਛੂ ਲਏ। ਮਹਾਰਾਜ ਕਹਿੰਦੇ, ਜੀਤੇ ਰਹੋ ਬੇਟਾ, ਤੇਰਾ ਨਾਮ ਕੀ ਹੈ? ਮੈਂ ਕਿਹਾ, ਜੱਗੋ। ਸਰਦਾਰ ਸਾਹਿਬ ਕਹਿੰਦੇ, ਹੁਣ ਅਨਾਜ ਮਿਲ ਗਿਆ ਨਾ, ਜਾ ਰੋਟੀਆਂ ਪਕਾ ਕੇ ਖਾ। ਮੈਂ ਕਿਹਾ, ਸਰਕਾਰ 20 ਸੇਰ ਹੋਰ ਦਿਲਾ ਦਿਓ। ਸਰਦਾਰ ਸਾਹਿਬ ਬੋਲੇ, ਓਏ ਤੂੰ ਤੇ ਆਪਣੇ ਬਾਬਾ ਤੋਂ ਵੀ ਜ਼ਿਆਦਾ ਲੋਭੀ ਹੈ। ਮੈਂ ਕਿਹਾ, ਨਹੀਂ ਸਰਕਾਰ, 20 ਸੇਰ ਹੋਰ ਦਿਲਾ ਦਿਓ। ਸਰਦਾਰ ਜੀ ਨੇ ਅਨਾਜ ਤੋਲਨੇ ਵਾਲੇ ਨੂੰ ਕਿਹਾ, 20 ਸੇਰ ਗੇਹੂੰ ਹੋਰ ਤੋਲ ਦੇ, ਬੁੱਢਾ ਹੈ ਬੇਚਾਰਾ, ਬਾਰ-ਬਾਰ ਕਿਵੇਂ ਆਏਗਾ? ਫਿਰ ਸਾਨੂੰ 20 ਸੇਰ ਗੇਹੂੰ ਹੋਰ ਮਿਲ ਗਿਆ। ਸਰਦਾਰ ਸਾਹਿਬ ਨੇ ਪੁੱਛਿਆ, ਬਾਬਾ ਹੁਣ ਤੇ ਖੁਸ਼ ਹੈ? ਬਾਬਾ ਕਹਿੰਦਾ, ਵਾਹਿਗੁਰੂ ਤੁਹਾਡਾ ਯਸ਼ ਦੂਨਾ ਕਰਨਗੇ। ਸਰਦਾਰ ਜੀ ਕਹਿੰਦੇ,
ਮਹਾਰਾਜ ਦੀ ਜਾਨ ਦੀ ਦੁਆ ਕਰੋ। ਇਹ ਸਭ ਉਹਨਾਂ ਦੀ ਕਿਰਪਾ ਹੈ, ਨਹੀਂ ਤੇ ਲੋਕ ਭੁੱਖੇ ਮਰ ਜਾਂਦੇ। ਸੱਚ ਪੁੱਛੋ ਤੇ ਇਹ ਉਹਨਾਂ ਦਾ ਧਰਮ ਸੀ, ਨਾ ਕਰਦੇ ਤੇ ਪਾਪ ਦੇ ਭਾਗੀ ਬੰਦੇ। ਰਾਜਾ ਪ੍ਰਜਾ ਦਾ ਪਿਤਾ ਹੁੰਦਾ ਹੈ। ਬਾਬਾ ਕਹਿੰਦਾ, ਸੱਚ ਹੈ ਸਰਕਾਰ, ਮਹਾਰਾਜ ਤੇ ਰਿਸ਼ੀ ਨੇ। ਸਰਦਾਰ ਜੀ ਬੋਲੇ, ਰਿਸ਼ੀ ਤੇ ਕੀ ਹੋਣਗੇ, ਆਦਮੀ ਬੜੇ ਰਹਿਣ ਉਹੀ ਬੜੀ ਵੱਡੀ ਗੱਲ ਹੈ। ਹੁਣ ਤੱਕ ਤੋਲਨੇ ਵਾਲੇ ਸਾਰੇ ਆਦਮੀ ਜਾ ਚੁੱਕੇ ਸੀ, ਕਿਲੇ 'ਚ ਬਸ ਅਸੀਂ ਹੀ ਸੀ, ਹੋਰ ਕੋਈ ਨਹੀਂ। ਸਰਦਾਰ ਸਾਹਿਬ ਕਹਿੰਦੇ, ਹੁਣ ਉਠਾ ਕੇ ਲੈ ਜਾਓ। ਗਰੀਬ ਆਦਮੀ ਦਾਵਤ 'ਚ ਜਾ ਕੇ ਬਹੁਤ ਖਾਂਦਾ ਹੈ, ਇਹ ਨਹੀਂ ਸੋਚਦਾ ਕਿ ਪਚੇਗਾ ਜਾਂ ਨਹੀਂ। ਬਾਬਾ ਨੇ ਅਨਾਜ ਜ਼ਿਆਦਾ ਤੇ ਲੈ ਲਿਆ, ਪਰ ਉਠਾਣਾ ਬੜਾ ਮੁਸ਼ਕਿਲ ਸੀ। ਕੀ ਕਰੇ ਤੇ ਕੀ ਨਾ ਕਰੇ। ਬਾਬਾ ਸਹਿਮ ਕੇ ਕਹਿੰਦਾ, ਸਰਦਾਰ ਸਾਹਿਬ ਗਠੜੀ ਬੜੀ ਭਾਰੀ ਹੈ, ਕੋਈ ਸਿਰ ਤੇ ਰਖਾ ਦੇ ਤੇ ਮੈਂ ਲੈ ਜਾਊਂ। ਸਰਦਾਰ ਜੀ ਨੇ ਗਠੜੀ ਉਠਾ ਕੇ ਮੇਰੇ ਬਾਬਾ ਦੇ ਸਿਰ ਤੇ ਰੱਖਤੀ। ਬਾਬਾ 2 ਕਦਮ ਚੱਲਿਆ ਤੇ ਗਿਰ ਗਿਆ। ਸਰਦਾਰ ਜੀ ਬੋਲੇ, ਇੰਨਾ ਅਨਾਜ ਕਿਉਂ ਬੰਦਵਾ ਲਿਆ ਜੋ ਉਠਾ ਨਹੀਂ ਸਕਦੇ। 20 ਸੇਰ ਲਿੱਤਾ ਹੁੰਦਾ ਤੇ ਇੰਨੀ ਤਕਲੀਫ ਨਾ ਹੁੰਦੀ। ਲਾਲਚ ਕਰਦੇ ਹੋ ਤੇ ਆਪਣਾ ਸਰੀਰ ਨਹੀਂ ਦੇਖਦੇ। ਜਾਓ ਹੁਣ ਕਿਸੇ ਆਦਮੀ ਨੂੰ ਬੁਲਾ ਕੇ ਲਿਆਓ, ਤੇਰੇ ਤੋਂ ਨਹੀਂ ਉਠੇਗਾ ਇਹ। ਮੇਰਾ ਬਾਬਾ ਆਹ ਭਰ ਕੇ ਕਹਿੰਦਾ, ਸਰਕਾਰ ਮੇਰੀ ਮਦਦ ਕੌਣ ਕਰੇਗਾ। ਸਰਦਾਰ ਸਾਹਿਬ ਨੇ ਕੁਝ ਦੇਰ ਤੱਕ ਸੋਚਿਆ, ਫਿਰ ਉਹ ਗਠੜੀ ਆਪਣੇ ਸਿਰ ਤੇ ਉਠਾ ਕੇ ਉਹ ਸਾਡੇ ਨਾਲ ਚੱਲਣ ਲੱਗੇ। ਅਸੀਂ ਦੋਨੋਂ ਦੰਗ ਰਹਿ ਗਏ। ਸਾਡੇ ਸਰੀਰ ਦਾ ਇੱਕ ਇੱਕ ਅੰਗ ਉਹਨਾਂ ਨੂੰ ਦੁਆਵਾਂ ਦਿੰਦਾ ਸੀ। ਅਸੀਂ ਸੋਚਣ ਲੱਗੇ, ਇਹ ਆਦਮੀ ਨਹੀਂ ਦੇਵਤਾ ਹੈ। ਇੱਥੇ ਤੱਕ ਕਹਾਣੀ ਸੁਣਾ ਕੇ ਧੋਬੀ ਚੁੱਪ ਹੋ ਗਿਆ। ਕਹਾਣੀ ਹੁਣ ਬੜੀ ਹੀ ਦਿਲਚਸਪ ਹੋ ਚੁੱਕੀ ਸੀ। ਕਿਉਂ ਭਾਈ ਧੋਬੀ, ਫਿਰ ਕੀ ਹੋਇਆ? ਧੋਬੀ ਨੇ ਆਸਮਾਨ ਦੀ ਤਰਫ ਐਵੇਂ ਦੇਖਿਆ ਜਿਵੇਂ ਉਹਦਾ ਕੁਝ ਖੋ ਗਿਆ ਹੋਏ। ਫਿਰ ਉਹ ਇੱਕ ਲੰਬੀ ਸਾਹ ਛੋੜਦੇ ਹੋਏ ਕਹਿੰਦਾ, ਜਦੋਂ ਅਸੀਂ ਘਰ ਪਹੁੰਚੇ ਤੇ ਸਰਦਾਰ ਸਾਹਿਬ ਅਨਾਜ ਦੀ ਗਠੜੀ ਸਾਡੇ ਆਂਗਣ 'ਚ ਰੱਖ ਕੇ ਵਾਪਿਸ ਜਾਣ ਲੱਗੇ ਤਾਂ ਮੈਂ ਤੇ ਮੇਰਾ ਬਾਬਾ ਦੋਨੋਂ ਉਹਨਾਂ ਦੇ ਨਾਲ ਬਾਜ਼ਾਰ ਤੱਕ ਚਲੇ ਆਏ। ਮੇਰਾ ਬਾਬਾ ਬਾਰ-ਬਾਰ ਕਹਿੰਦਾ ਸੀ, ਇਹਦਾ ਫਲ ਤੁਹਾਨੂੰ ਵਾਹਿਗੁਰੂ ਦੇਣਗੇ, ਮੈਂ ਇਹਦਾ ਬਦਲਾ ਨਹੀਂ ਦੇ ਸਕਦਾ। ਅਚਾਨਕ ਉਧਰੋਂ ਦੀ ਇੱਕ ਫੌਜੀ ਸਿੱਖ ਦਸਤਾ ਆ ਨਿਕਲਿਆ। ਸਰਦਾਰ ਸਾਹਿਬ ਜਿੱਥੇ ਖੜੇ ਸੀ ਉੱਥੇ ਰੋਸ਼ਨੀ ਸੀਗੀ। ਸਿੱਖ ਫੌਜੀਆਂ ਨੇ ਉਹਨਾਂ ਨੂੰ ਪਹਿਚਾਨ ਲਿਆ ਤੇ ਤਲਵਾਰਾਂ ਨਿਕਾਲ ਕੇ ਉਹਨਾਂ ਨੂੰ ਸਲਾਮ ਕੀਤਾ। ਇਹ ਦੇਖ ਕੇ ਮੇਰਾ ਬਾਬਾ ਡਰ ਗਿਆ। ਸੋਚਣ ਲੱਗਿਆ, ਇਹ ਕੌਣ ਹੈ? ਲੱਗਦਾ ਹੈ ਫੌਜ ਦਾ ਕੋਈ ਬੜਾ ਅਹੁਦੇਦਾਰ ਹੈ, ਵਰਨਾ ਇਹ ਲੋਕ ਇਸ ਤਰ੍ਹਾਂ ਇਹਨੂੰ ਸਲਾਮ ਨਾ ਕਰਦੇ। ਜਦੋਂ ਸਰਦਾਰ ਸਾਹਿਬ ਚਲੇ ਗਏ ਤਾਂ ਮੇਰਾ ਬਾਬਾ ਉਨ ਫੌਜੀਆਂ ਦੇ ਕੋਲ ਗਿਆ ਤੇ ਪੁੱਛਿਆ, ਇਹ ਸਰਦਾਰ ਸਾਹਿਬ ਕੌਣ ਸੀ? ਉਹਨਾਂ ਦੇ ਵਿੱਚੋਂ ਇੱਕ ਨੇ ਬਾਬਾ ਦੀ ਤਰਫ ਹੈਰਾਨੀ ਤੋਂ ਦੇਖਿਆ ਤੇ ਜਵਾਬ ਦਿੱਤਾ, ਤੂੰ ਨਹੀਂ ਜਾਣਦਾ, ਇਹ ਸਾਡੇ ਮਹਾਰਾਜ ਸੀ, ਮਹਾਰਾਜ ਰਣਜੀਤ ਸਿੰਘ। ਬਾਬਾ ਚੌਂਕ ਗਿਆ। ਉਹਦੀ ਅੱਖਾਂ ਖੁੱਲੀ ਦੀ ਖੁੱਲੀ ਰਹਿ ਗਈ। ਉਹਦੇ ਮੂੰਹ ਤੋਂ ਇੱਕ ਸ਼ਬਦ ਨਹੀਂ ਨਿਕਲਿਆ। ਇਹ ਮਹਾਰਾਜ ਸੀ, ਉਹੀ ਮਹਾਰਾਜ ਜਿਨ੍ਹਾਂ ਦੀ ਅੱਖ ਦੇ ਇੱਕ ਇਸ਼ਾਰੇ ਤੋਂ ਫੌਜਾਂ ਦੇ ਵਿੱਚ ਹਲਚਲ ਮਚ ਜਾਂਦੀ ਸੀ, ਜੋ ਆਪਣੇ ਯੁੱਗ ਦੇ ਸਭ ਤੋਂ ਵੱਡੇ ਰਾਜਾ ਸੀ। ਅੱਜ ਇਹ ਇੱਕ ਧੋਬੀ ਦੇ ਘਰ ਗੇਹੂੰ ਦੀ ਗਠੜੀ ਛੱਡਣ ਆਏ ਸੀ। ਇਹ ਸੱਚੇ ਮਹਾਰਾਜ ਸੀ। ਇਹਨਾਂ ਦਾ ਰਾਜ ਲੋਕਾਂ ਦੇ ਦਿਲਾਂ 'ਚ ਸੀ। ਉਸ ਰਾਤ ਅਸੀਂ ਸੋ ਨਹੀਂ ਪਾਏ। ਸਾਰਾ ਘਰ ਰਾਤ ਭਰ ਜਾਗਦਾ ਰਿਹਾ ਤੇ ਮਹਾਰਾਜ ਨੂੰ ਦੁਆਵਾਂ ਦਿੰਦਾ ਰਿਹਾ। ਦੂਸਰੇ ਦਿਨ ਜ਼ੋਰ ਦੀ ਬਾਰਿਸ਼ ਹੋਈ। ਇੰਨੀ ਕਹਾਣੀ ਸੁਣਾ ਕੇ ਧੋਬੀ ਚੁੱਪ ਹੋ ਗਿਆ। ਬਾਬੂ ਸਾਹਿਬ ਦੇ ਰੋਏ ਖੜੇ ਹੋ ਗਏ। ਉਹਨਾਂ ਦੀ ਅੱਖਾਂ ਵਿੱਚੋਂ ਹੰਝੂ ਨਿਕਲ ਆਏ। ਸੋਚਣ ਲੱਗੇ, ਅੱਜ ਉਹ ਸਮਾਂ ਕਿੱਥੇ ਚਲਾ ਗਿਆ? ਅੱਜ ਐਸੇ ਰਾਜਾ ਕਿਉਂ ਨਜ਼ਰ ਨਹੀਂ ਆਉਂਦੇ? ਉਹਨਾਂ ਨੇ ਧੋਬੀ ਦੀ ਤਰਫ ਦੇਖਿਆ ਤੇ ਉਹਦੀ ਅੱਖਾਂ ਵਿੱਚ ਵੀ ਪਾਣੀ ਆ ਰਿਹਾ ਸੀ। ਬਾਬੂ ਸਾਹਿਬ ਨੇ ਇੱਕ ਠੰਡੀ ਸਾਹ ਭਰੀ। ਧੋਬੀ ਨੇ ਕੱਪੜੇ ਗਿਣੇ ਤੇ ਕਿਹਾ, ਬਾਬੂ ਸਾਹਿਬ ਹੁਣ ਲਿਖੋ, 14 ਪਜਾਮੇ ਤੇ 20 ਕਮੀਜ਼ਾਂ। ਬਾਬੂ ਸਾਹਿਬ ਨੇ ਕਾਪੀ ਉਠਾਈ ਤੇ ਲਿਖਣ ਲੱਗ ਪਏ। ਤੇ ਦੋਸਤੋ, ਮੈਨੂੰ ਪੂਰੀ ਉਮੀਦ ਹੈ ਕਿ ਅੱਜ ਦੀ ਇਹ ਕਹਾਣੀ ਤੁਹਾਨੂੰ ਬਹੁਤ ਹੀ ਪਸੰਦ ਆਈ ਹੋਵੇਗੀ। ਤਾਂ ਫਿਰ ਇਸ ਵੀਡੀਓ ਨੂੰ ਲਾਈਕ ਕਰੋ ਤੇ ਆਪਣੇ ਬੇਸ਼ਕੀਮਤੀ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ। ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ। ਤਾਂ ਤੱਕ ਰੱਬ ਰਾਖਾ।